गंदगी बहुत ज़्यादा सीगी। तो फिर सब तो पहला मैं ते मेरी पंचायत ने रल के असी एक सफाई कर्मचारी रखिया जो हर घर जाके हर रोज़ वो कूड़ा चकदा है ते मेरे पिंड वासी ही ਉਹਨੂੰ ਉਹਦੀ ਜਿਹੜੀ ਮਿਹਨਤ ਆ ਉਹ ਪੇ ਕਰਦੇ ਆ। 50 ਰੁਪਏ ਭਰ ਕਰ ਅਸੀਂ ਪਰ ਘਰ ਰੱਖਿਆ ਹੋਇਆ ਏ। ਫਿਰ ਆਪਣੇ ਪਿੰਡ ਵਿੱਚ ਜੇ ਅਸੀਂ ਸੁਰੱਖਿਆ ਦੀ ਗੱਲ ਕਰੀਏ ਤਾਂ ਅਸੀਂ ਕੈਮਰੇ ਲਗਵਾਏ 94 ਕੈਮਰੇ ਅਸੀਂ ਲਗਵਾ ਚੁੱਕੇ ਆ ਤੇ ਇਸ ਤੋਂ ਇਲਾਵਾ ਲਾਈਟਾਂ 150 ਲਾਈਟਾਂ ਲੱਗੀਆਂ ਵੀਆਂ ਸਾਡੇ ਪਿੰਡ ਵਿੱਚ ਤੇ ਜਗ੍ਹਾ ਜਗ੍ਹਾ ਬੈਠਣ ਲਈ ਅਸੀਂ ਬੈਂਚ ਲਗਵਾਏ ਤਾਂ ਕਿ ਕਿਸੇ ਨੂੰ ਕੋਈ ਘੁੰਮਣੇ ਫਿਰਨੇ ਬੈਠਣੇ 'ਚ ਦਿੱਕਤ ਨਾ ਆਵੇ। ਕਰੋਨਾ ਜਦੋਂ ਆਇਆ ਤਾਂ ਸਾਡੇ ਪਿੰਡ ਵਿੱਚ ਅਸੀਂ ਦੇਖਿਆ ਕਿ ਕੁਛ ਕੁ ਘਰ ਸਾਡੇ ਪਿੰਡ ਵਿੱਚ ਇੱਦਾਂ ਦੇ ਸੀਗੇ ਥੋੜ੍ਹੇ ਲੋਅਰ ਤਬਕੇ ਦੇ ਵੀ ਉਹਨਾਂ ਕੋਲ ਇੱਕ ਹੀ ਕਮਰਾ ਸੀਗਾ। ਤਾਂ ਜਦੋਂ ਫਿਰ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਵੀ ਜਦੋਂ ਬਾਈ ਚਾਂਸ ਕੋਈ ਕੇਸ ਆ ਵੀ ਜਾਂਦਾ ਹੈ ਸਾਡੇ ਫੈਮਿਲੀ ਮੈਂਬਰਸ ਨੂੰ ਤਾਂ ਉਹਨਾਂ ਦੇ ਰੱਖਣੇ ਦੀ ਬੜੀ ਦਿੱਕਤ ਸੀ ਉਸ ਟਾਈਮ ਦੇ ਵਿੱਚ ਕਿਉਂਕਿ ਹਸਪੀਟਲ ਤਾਂ ਇੰਨੇ ਮਹਿੰਗੇ ਹੋ ਜੋ ਵੈਸੇ ਵੀ ਲੋਕ ਉਹ ਟਾਈਮ 'ਚ ਹਸਪੀਟਲਾਂ 'ਚ ਜਾਣੇ ਤੋਂ ਵੀ ਡਰਦੇ ਸੀਗੇ। ਫਿਰ ਸਾਡੇ ਆਈਡੀਆ ਆਇਆ ਕਿ ਅਸੀਂ ਕਿਉਂ ਨਾ ਆਪਣੇ ਪਿੰਡ ਵਿੱਚ ਹੀ ਕੋਵਿਡ ਕੇਅਰ ਸੈਂਟਰ ਅਸੀਂ ਬਣਾ ਦਿੱਤਾ ਤੇ ਆਲ ਓਵਰ ਪੰਜਾਬ ਦੇ ਵਿੱਚ ਸਾਡਾ ਪਹਿਲਾ ਪਿੰਡ ਸੀਗਾ ਜਿੱਥੇ ਅਸੀਂ ਸਭ ਤੋਂ ਪਹਿਲਾਂ ਕੋਵਿਡ ਕੇਅਰ ਸੈਂਟਰ ਬਣਾਇਆ ਸੀ। ਉਹਦੇ ਵਿੱਚ ਅਸੀਂ ਪੂਰਾ ਮਤਲਬ ਕਿ ਗੱਦੇ ਵੀ ਪ੍ਰੋਪਰ ਲਗਵਾਏ ਹੋਏ ਸੀ, ਪੂਰਾ ਡਿਸਪੋਜ਼ੇਬਲ ਜਿਹੜੇ ਭਾਂਡੇ ਸੀ ਉਹਨਾਂ ਦਾ ਵੀ ਤੇ ਕੋਈ ਡਾਕਟਰ ਆਕਸੀਜਨ ਦਾ ਵੀ ਅਸੀਂ ਪੂਰਾ ਅਰੇਂਜਮੈਂਟ ਕੀਤਾ ਹੋਇਆ ਸੀ। ਇਹਦੇ ਵਾਸਤੇ ਮੈਨੂੰ ਕੋਵਿਡ ਕੇਅਰ ਉਹਨਾਂ ਨੇ ਇੱਕ ਜਿਵੇਂ ਕਹਿ ਦਿੰਦੇ ਸਾਡੀ ਬੈਕਬੋਨ ਹੁੰਦੀ ਹੈ ਹੈ ਨਾ, ਜੇ ਵਧੀਆ ਢੰਗ ਨਾਲ ਉਹ ਸਾਨੂੰ ਸਮਝਾਉਣ। ਮੈਂ ਵੀ ਇੱਥੇ ਨਵੀਂ ਨੂੰ ਬਣ ਕੇ ਆਈ ਸੀ, ਮੈਨੂੰ ਵੀ ਪਿੰਡ ਦੇ ਲੋਕਾਂ ਦਾ ਨਹੀਂ ਪਤਾ ਸੀਗਾ ਬਟ ਉਹਨਾਂ ਨੇ ਮੈਨੂੰ ਇੰਨੇ ਵਧੀਆ ਢੰਗ ਨਾਲ ਦੱਸਿਆ ਕਿਹਦੇ ਨਾਲ ਕਿੱਦਾਂ ਗੱਲਬਾਤ ਕਰਨੀ ਹੈ, ਕਿੱਦਾਂ ਰਹਿਣਾ ਸਹਿਣਾ, ਹਰੇਕ ਉਹਨਾਂ ਨੇ ਫੈਸਲਾ ਸਿਖਾਇਆ ਵੀ ਕਿਹੜੇ ਹਿਸਾਬ ਨਾਲ ਕਰਨਾ ਹੈ, ਸਾਰਾ ਉਹਨਾਂ ਨੇ ਦੱਸਿਆ ਤੇ ਸਾਰਾ ਵਧੀਆ ਢੰਗ ਨਾਲ ਮੈਂ ਨਿਭਾਇਆ ਵੀ ਹੈ ਜੀ। ਪਿੰਡ ਦੇ ਵਿੱਚ ਸਹੂਲਤਾਂ ਨਵੀਆਂ ਕੁਝ ਲੱਗਦਾ ਆਈਆਂ ਜਾਂ ਫਿਰ ਪੁਰਾਣਾ ਇਸ ਕਰਕੇ ਸਭ ਨਹੀਂ, ਜ਼ਮੀਨ ਅਸਮਾਨ ਦਾ ਫਰਕ ਹੋਇਆ ਜੀ ਬਹੁਤ ਜ਼ਿਆਦਾ। ਹਾਂਜੀ ਤੁਸੀਂ ਆਪ ਦੇਖ ਸਕਦੇ ਹੋ ਸਾਡੇ ਈਵਨ ਕਿ ਕੋਈ ਤੁਹਾਨੂੰ ਕਿਤੇ ਕਚਰਾ ਨਹੀਂ ਮਿਲੂਗਾ ਸਾਡੇ ਘਰ ਪਿੰਡ 'ਚ, ਕਿਤੇ ਵੀ ਜਾ ਕੇ ਦੇਖ ਲਿਓ ਜੀ। ਪੰਜਾਬ ਨਿਊਜ਼ ਦੇਖ ਰਹੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਮੈਂ ਅਮਨਦੀਪ ਸਿੰਘ ਗੜੀ। ਪੰਜਾਬ ਦੇ ਵਿੱਚ 12,000 ਤੋਂ ਵੱਧ ਜਿਹੜੇ ਪਿੰਡ ਹੈਗੇ ਆ, ਕਈ ਪਿੰਡ ਅਜਿਹੇ ਆ ਜਿਹੜੇ ਪੂਰੇ ਪੰਜਾਬ ਦੇ ਪਿੰਡਾਂ ਦੇ ਲਈ ਮਿਸਾਲ ਬਣਦੇ ਆ। ਮੈਂ ਖਾਸ ਕਰਕੇ ਗੱਲ ਕਰਨੀ ਚਾਹੂੰਗਾ, ਹਾਲ ਹੀ ਦੇ ਵਿੱਚ ਇੱਕ ਬਿਆਨ ਵੀ ਆਇਆ ਕੁਲਦੀਪ ਸਿੰਘ ਧਾਲੀਵਾਲ ਦਾ ਜਿਹਦੇ ਵਿੱਚ ਜੋ ਔਰਤਾਂ ਸਰਪੰਚ ਨੇ ਉਹਨਾਂ ਨੂੰ ਮੂਹਰੇ ਹੋ ਕੇ ਚੰਗੇ ਤਰੀਕੇ ਨਾਲ ਕੰਮ ਕਰਨ ਦਾ ਇੱਕ ਉਹਨਾਂ ਵੱਲੋਂ ਬਿਆਨ ਵੀ ਜਿਹੜਾ ਉਹ ਦਿੱਤਾ ਗਿਆ ਹੈਗਾ ਆ। ਸੋ ਕਈ ਪਿੰਡ ਅਜਿਹੇ ਆ ਜਿੱਥੇ ਔਰਤਾਂ ਸਰਪੰਚ ਨੇ ਤੇ ਪਿੰਡ ਦੇ ਹਾਲਤ ਜਿਹੜੇ ਆ ਉਹ ਇੰਨੀ ਵਧੀਆ ਹੈ ਕਿ ਪੂਰੇ ਪਿੰਡ ਦੇ ਵਿੱਚ ਮਿਸਾਲ ਬਣਦਾ। ਸੋ ਅੱਜ ਅਸੀਂ ਪਿੰਡ ਮਲਿਕਪੁਰ ਦੇ ਵਿੱਚ ਪਹੁੰਚੇ ਹੋਏ ਹਾਂ ਜਿਹੜਾ ਰੋਪੜ ਜ਼ਿਲ੍ਹੇ ਦੇ ਵਿੱਚ ਪੈਂਦਾ ਆ। ਇਸ ਪਿੰਡ ਨੇ ਵੀ ਇੱਕ ਮਿਸਾਲ ਕਾਇਮ ਕੀਤੀ ਹੈ। ਕਰੋਨਾ ਚਾਹੇ ਉਹ ਕਰੋਨਾ ਦਾ ਸਮਾਂ ਹੋਵੇ ਉਹਦੇ ਵਿੱਚ ਵੀ ਸਭ ਤੋਂ ਪਹਿਲਾਂ ਇਹਨਾਂ ਨੇ ਹਸਪੀਟਲ ਕਰੋਨਾ ਦੇ ਲਈ ਇਹਨਾਂ ਵੱਲੋਂ ਬਣਾਇਆ ਗਿਆ ਸੀਗਾ ਇੱਕ ਆਪਣੇ ਜੋ ਪਿੰਡ ਦੇ ਵਿੱਚ ਛੋਟਾ ਜਿਹਾ, ਠੀਕ ਹੈ। ਇਸ ਤੋਂ ਇਲਾਵਾ ਗੱਲ ਕਰ ਲਈਏ ਪਿੰਡ ਵਿੱਚ ਜਿਮ ਦੀ ਗੱਲ ਕਰ ਲਈਏ, ਲਾਇਬ੍ਰੇਰੀ ਦੀ ਗੱਲ ਕਰ ਲਈਏ, ਕਮਿਊਨਿਟੀ ਸੈਂਟਰ ਜਾਂ ਗਲੀਆਂ ਜਾਂ ਪਿੰਡਾਂ ਵਿੱਚ ਕੈਮਰੇ, ਹਰ ਤਰ੍ਹਾਂ ਦੀ ਡਿਵੈਲਪਮੈਂਟ ਇੱਕ ਕਸਬੇ ਵਾਂਗ ਇੱਕ ਸ਼ਹਿਰ ਵਾਂਗ ਆਪਣੇ ਪਿੰਡ ਦੇ ਵਿੱਚ ਡਿਵੈਲਪਮੈਂਟ ਕੀਤੀ ਹੋ। ਸੋ ਸਾਡੇ ਨਾਲ ਕੁਲਵਿੰਦਰ ਕੌਰ ਸਰਪੰਚ ਜੁੜੇ ਹੋਏ ਨੇ, ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਾਡੇ ਚੈਨਲ ਉੱਤੇ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਹੋ ਜੀ? ਹਾਂਜੀ ਵਧੀਆ ਜੀ। ਅੱਛਾ, ਕਿੰਨਵੀਂ ਵਾਰ ਤੁਸੀਂ ਸਰਪੰਚ ਬਣੇ ਹੋ ਜੀ ਪਿੰਡ ਦੇ? ਮੈਂ ਫਸਟ ਟਾਈਮ ਸਰਪੰਚ ਬਣੀ ਹਾਂ ਜੀ ਤੇ ਮੈਨੂੰ ਮੇਰੇ ਪਿੰਡ ਵਾਲਿਆਂ ਨੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਸੀਗਾ ਜੀ। ਜੀ ਜਿੰਨੇ ਤੁਸੀਂ ਕੰਮ ਦੱਸ ਰਹੇ ਹੋ ਮੈਨੂੰ ਤਾਂ ਨਹੀਂ ਲੱਗਦਾ ਪਹਿਲੀ ਵਾਰ ਬਣੇ ਹੋ ਜੀ। ਨਹੀਂ ਜੀ, ਜਦੋਂ ਅਸੀਂ ਐਕਚੁਅਲੀ ਸਰਪੰਚ ਬਣੇ ਸਾਡੇ ਪਿੰਡ ਦੀ ਹਾਲਤ ਬਹੁਤ ਖਸਤਾ ਸੀਗੀ, ਗੰਦਗੀ ਬਹੁਤ ਜ਼ਿਆਦਾ ਸੀਗੀ। ਤਾਂ ਫਿਰ ਸਭ ਤੋਂ ਪਹਿਲਾਂ ਮੈਂ ਤੇ ਮੇਰੀ ਪੰਚਾਇਤ ਨੇ ਰਲ ਕੇ ਅਸੀਂ ਇੱਕ ਸਫਾਈ ਕਰਮਚਾਰੀ ਰੱਖਿਆ ਜੋ ਹਰ ਘਰ ਜਾ ਕੇ ਹਰ ਰੋਜ਼ ਉਹ ਕੂੜਾ ਚੱਕਦਾ ਏ ਤੇ ਮੇਰੇ ਪਿੰਡ ਵਾਸੀ ਹੀ ਉਹਨੂੰ ਉਹਦੀ ਜਿਹੜੀ ਮਿਹਨਤ ਆ ਉਹ ਪੇ ਕਰਦੇ ਆ। 50 ਰੁਪਏ ਭਰ ਕਰ ਅਸੀਂ ਪਰ ਘਰ ਰੱਖਿਆ ਹੋਇਆ ਏ। ਤੇ ਉਸ ਤੋਂ ਬਾਅਦ ਸਾਡੇ ਪਿੰਡ ਵਿੱਚ ਜਿਹੜਾ ਪਾਣੀ ਦਾ ਨਿਕਾਸ ਸੀਗਾ ਉਹ ਨਹੀਂ ਸੀਗਾ, ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਜਾਂਦਾ ਸੀ। ਫਿਰ ਅਸੀਂ ਉਸ ਤੋਂ ਬਾਅਦ ਅਸੀਂ ਪਾਣੀ ਦਾ ਨਿਕਾਸ ਕਰਿਆ, ਪਾਈਪਲਾਈਨ ਪਵਾਈ, ਫਿਰ ਅਸੀਂ ਕਮਿਊਨਿਟੀ ਸੈਂਟਰ ਤਿਆਰ ਕਰਵਾਇਆ ਜਿਹਦੇ ਵਿੱਚ ਅਸੀਂ ਪੰਚਾਇਤ ਘਰ ਵੀ ਬਣਾਇਆ ਤੇ ਅਸੀਂ ਕੋਈ ਵੀ ਪਿੰਡ ਦਾ ਜਿਹੜਾ ਵੀ ਸਾਡੇ ਪਿੰਡ 'ਚ ਕੋਈ ਵੀ ਫੈਸਲਾ ਹੁੰਦਾ ਹੈ, ਲੜਾਈ ਝਗੜਾ ਹੁੰਦਾ ਹੈ, ਉਹ ਅਸੀਂ ਕੋਸ਼ਿਸ਼ ਕਰੀਦੀ ਹੈ ਤੇ ਹੁਣ ਤੱਕ ਉਹ ਸਾਡੀ ਕੋਸ਼ਿਸ਼ ਕਾਮਯਾਬ ਵੀ ਹੋਈ ਹੈ। ਅਸੀਂ ਆਪਣੇ ਪਿੰਡ ਦੇ ਕੋਈ ਵੀ ਲੜਾਈ ਝਗੜਾ ਉਹ ਕੇਸ ਬਾਹਰ ਨਹੀਂ ਜਾਣ ਦਿੱਤਾ, ਅਸੀਂ ਆਪਣੇ ਪਿੰਡ ਦੇ ਵਿੱਚ ਹੀ ਪੰਚਾਇਤ ਵਿੱਚ ਬੈਠ ਕੇ ਨਿਪਟਾਇਆ ਜੀ ਉਹ ਕੇਸ ਅਸੀਂ ਜੀ।
ਤੇ ਇਸ ਤੋਂ ਇਲਾਵਾ ਅਸੀਂ ਫਿਰ ਆਪਣੇ ਪਿੰਡ ਵਿੱਚ ਜੇ ਅਸੀਂ ਸੁਰੱਖਿਆ ਦੀ ਗੱਲ ਕਰੀਏ ਤਾਂ ਅਸੀਂ ਕੈਮਰੇ ਲਗਵਾਏ 94 ਕੈਮਰੇ ਅਸੀਂ ਲਗਵਾ ਚੁੱਕੇ ਆ। ਤੇ ਇਸ ਤੋਂ ਇਲਾਵਾ ਲਾਈਟਾਂ 150 ਲਾਈਟਾਂ ਲੱਗੀਆਂ ਵੀਆਂ ਸਾਡੇ ਪਿੰਡ ਵਿੱਚ ਤੇ ਜਗ੍ਹਾ ਜਗ੍ਹਾ ਬੈਠਣ ਲਈ ਅਸੀਂ ਬੈਂਚ ਲਗਵਾਏ ਤਾਂ ਕਿ ਕਿਸੇ ਨੂੰ ਕੋਈ ਘੁੰਮਣੇ ਫਿਰਨੇ ਬੈਠਣੇ 'ਚ ਦਿੱਕਤ ਨਾ ਆਵੇ। ਤੇ ਅਸੀਂ ਕਨਵੈਕਸ ਮਿਰਰ ਲਗਵਾਏ ਹੋਏ ਆ ਹਰੇਕ ਮੋੜ ਤੇ, ਕਿਸੇ ਵੀ ਤੁਸੀਂ ਗਲੀ ਵਿੱਚ ਸੜਕ ਦੇ ਕਿਸੇ ਵੀ ਮੋੜ ਤੇ ਤੁਸੀਂ ਦੇਖ ਸਕਦੇ ਹੋ ਜੀ। ਇਸ ਤੋਂ ਬਾਅਦ ਅਸੀਂ ਫਿਰ ਆਪਣੀ ਪਿੰਡ ਵਿੱਚ ਅਸੀਂ ਪਾਰਕ ਤਿਆਰ ਕਰਵਾਈ ਹੈ। ਪਾਰਕ ਦੇ ਨਾਲ ਹੀ ਅਸੀਂ ਇੱਕ ਜਿਮ ਬਣਾਈ ਹੈ, ਮਾਡਰਨ ਜਿਮ, ਜਿੱਥੇ ਅਸੀਂ ਸਾਡਾ ਪਹਿਲਾ ਪਿੰਡ ਹੈ ਜਿੱਥੇ ਲੇਡੀਜ਼ ਵੀ ਜਿਮ ਮਾਰਦੀਆਂ ਹੈ ਤੇ ਨਾਲ ਹੀ ਅਸੀਂ ਲਾਇਬ੍ਰੇਰੀ ਵੀ ਬਣਵਾਈ ਹੈ। ਮੇਰੇ ਪਿੰਡ ਦੇ ਵਿੱਚ ਜੋ ਮੇਰੀ ਪਿੰਡ ਦੀਆਂ ਲੇਡੀਜ਼ ਹੈ ਉਹਨਾਂ ਦਾ ਮੈਨੂੰ ਬਹੁਤ ਜ਼ਿਆਦਾ ਸਾਥ ਰਿਹਾ ਹੈ ਜੀ। ਤੇ ਮੇਰੇ ਖਿਆਲ ਨਾਲ ਪਹਿਲਾ ਹੀ ਸਾਡਾ ਪਿੰਡ ਹੋਊਗਾ ਜਿਹੜਾ ਅਸੀਂ WhatsApp ਗਰੁੱਪ ਲੇਡੀਜ਼ ਨੇ ਪੂਰੇ ਪਿੰਡ ਦੀਆਂ ਨੇ ਕ੍ਰੀਏਟ ਕਰਿਆ ਹੋਇਆ ਹੈ। ਕੋਈ ਵੀ ਸਮੱਸਿਆ ਹੁੰਦੀ ਹੈ, ਕੋਈ ਵੀ ਇੱਦਾਂ ਦਾ ਕਿਸੇ ਨੂੰ ਸੁਜੈਸ਼ਨ ਦੇਣਾ ਹੁੰਦਾ ਹੈ, ਉਹ ਅਸੀਂ ਆਪਣਾ ਇਕੱਠੀਆਂ ਹੋ ਕੇ ਕਰ ਲੈਂਦੀਆਂ ਹੈ ਜੀ। ਜਿਵੇਂ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ ਹੁਣੇ ਇੱਕ WhatsApp ਨੰਬਰ ਇਸ਼ੂ ਕੀਤਾ ਸੀਗਾ, ਉਹਨਾਂ ਨੇ ਵੀ ਜੇ ਕੋਈ ਪ੍ਰੋਬਲਮ ਕਿਸੇ ਨੂੰ ਆਉਂਦੀ ਤਾਂ ਉਹਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ, ਇਸ ਤਰ੍ਹਾਂ ਪਿੰਡ ਵਿੱਚ ਬਣਾਇਆ ਜੀ? ਹਾਂਜੀ, ਇੱਦਾਂ ਅਸੀਂ ਬਣਾਇਆ ਹੋਇਆ ਹੈ, ਮਤਲਬ ਕਿ ਕਿਸੇ ਵੀ ਲੇਡੀ ਨੂੰ ਕੋਈ ਦਿੱਕਤ ਨਹੀਂ ਹੈਗੀ ਸਾਡੇ ਪਿੰਡ ਵਿੱਚ। ਹਰੇਕ ਬੜੀ ਨਾਈਸ ਲੇਡੀਜ਼ ਹੈ ਮੇਰੇ ਪਿੰਡ ਦੀਆਂ, ਹਰੇਕ ਕੰਮ 'ਚ ਮੇਰਾ ਬੜਾ ਸਾਥ ਦਿੰਦੀਆਂ ਹੈ ਜੀ। ਅੱਛਾ, ਕਰੋਨਾ ਦਾ ਸੁਣਿਆ ਸੀ ਵੀ ਕਰੋਨਾ ਦਾ ਸੈਂਟਰ ਤੁਹਾਡੇ ਪਿੰਡ 'ਚ ਬਣਾਇਆ ਸੀ, ਉਹ ਕਿਵੇਂ ਪਲਾਨ ਆਇਆ ਸੀ? ਕਿਉਂਕਿ ਕਰੋਨਾ ਦੀ ਜਿੰਨੀ ਖਤਰਨਾਕ ਬਿਮਾਰੀ ਸੀਗੀ ਉਹਦੇ ਨਾਲ ਲੋਕ ਜਿਹੜੇ ਆ ਬੜਾ ਡਰੇ ਹੋਏ ਸੀਗੇ, ਬੜਾ ਸਹਿਮ ਗਏ ਸੀ ਕਰੋਨਾ ਦੇ ਮਾਹੌਲ ਦੇ ਵਿੱਚ। ਪਿੰਡ ਪੂਰਾ ਦੇਸ਼ ਜਿਹੜਾ ਉਹ ਬੰਦ ਸੀਗਾ, ਕੋਈ ਘਰਾਂ ਵਿੱਚੋਂ ਬਾਹਰ ਨਹੀਂ ਸੀ ਨਿਕਲ ਰਿਹਾ। ਤਾਂ ਕਰੋਨਾ ਦਾ ਸੈਂਟਰ ਕਿਵੇਂ ਬਣਾਇਆ ਸੀਗਾ, ਕਿੱਥੇ ਬਣਾਇਆ ਸੀ ਤੇ ਉਹ 'ਚ ਕੀ ਕੀ ਸਹੂਲਤਾਂ ਤੁਸੀਂ ਦਿੱਤੀਆਂ ਸੀ? ਕਰੋਨਾ ਜਦੋਂ ਆਇਆ ਤਾਂ ਸਾਡੇ ਪਿੰਡ ਵਿੱਚ ਅਸੀਂ ਦੇਖਿਆ ਕਿ ਕੁਛ ਕੁ ਘਰ ਸਾਡੇ ਪਿੰਡ ਵਿੱਚ ਇੱਦਾਂ ਦੇ ਸੀਗੇ ਥੋੜ੍ਹੇ ਲੋਅਰ ਤਬਕੇ ਦੇ ਵੀ, ਉਹਨਾਂ ਕੋਲ ਇੱਕ ਹੀ ਕਮਰਾ ਸੀਗਾ। ਤਾਂ ਜਦੋਂ ਫਿਰ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਵੀ ਜਦੋਂ ਬਾਈ ਚਾਂਸ ਕੋਈ ਕੇਸ ਆ ਵੀ ਜਾਂਦਾ ਹੈ ਸਾਡੇ ਫੈਮਿਲੀ ਮੈਂਬਰਸ ਨੂੰ ਤਾਂ ਉਹਨਾਂ ਦੇ ਰੱਖਣੇ ਦੀ ਬੜੀ ਦਿੱਕਤ ਸੀ ਉਸ ਟਾਈਮ ਦੇ ਵਿੱਚ, ਕਿਉਂਕਿ ਹਸਪੀਟਲ ਤਾਂ ਇੰਨੇ ਮਹਿੰਗੇ ਹੋ ਜੋ ਵੈਸੇ ਵੀ ਲੋਕ ਉਹ ਟਾਈਮ 'ਚ ਹਸਪੀਟਲਾਂ 'ਚ ਜਾਣੇ ਤੋਂ ਵੀ ਡਰਦੇ ਸੀਗੇ। ਫਿਰ ਸਾਡੇ ਆਈਡੀਆ ਆਇਆ ਕਿ ਅਸੀਂ ਕਿਉਂ ਨਾ ਆਪਣੇ ਪਿੰਡ ਵਿੱਚ ਹੀ ਕੋਵਿਡ ਕੇਅਰ ਸੈਂਟਰ ਅਸੀਂ ਬਣਾ ਦਿੱਤਾ ਤੇ ਆਲ ਓਵਰ ਪੰਜਾਬ ਦੇ ਵਿੱਚ ਸਾਡਾ ਪਹਿਲਾ ਪਿੰਡ ਸੀਗਾ ਜਿੱਥੇ ਅਸੀਂ ਸਭ ਤੋਂ ਪਹਿਲਾਂ ਕੋਵਿਡ ਕੇਅਰ ਸੈਂਟਰ ਬਣਾਇਆ ਸੀ। ਉਹਦੇ ਵਿੱਚ ਅਸੀਂ ਪੂਰਾ ਮਤਲਬ ਕਿ ਗੱਦੇ ਵੀ ਪ੍ਰੋਪਰ ਲਗਵਾਏ ਹੋਏ ਸੀ, ਪੂਰਾ ਡਿਸਪੋਜ਼ੇਬਲ ਜਿਹੜੇ ਭਾਂਡੇ ਸੀ ਉਹਨਾਂ ਦਾ ਵੀ, ਤੇ ਕੋਈ ਡਾਕਟਰ ਆਕਸੀਜਨ ਦਾ ਵੀ ਅਸੀਂ ਪੂਰਾ ਅਰੇਂਜਮੈਂਟ ਕੀਤਾ ਹੋਇਆ ਸੀ। ਇਹਦੇ ਵਾਸਤੇ ਮੈਨੂੰ ਕੋਵਿਡ ਕੇਅਰ ਜਦੋਂ ਕੋਵਿਡ ਸੀਗਾ ਤੇ ਇਹ ਸੈਂਟਰ ਬਣਾਉਣੇ ਵਾਸਤੇ ਉਸ ਟਾਈਮ ਦੇ ਸੋਨਾਲੀ ਮੈਡਮ ਸੀਗੇ, DC ਮੈਮ ਸੋਨਾਲੀ ਗਿਰੀ ਜੀ, ਉਹਨਾਂ ਨੇ ਮੈਨੂੰ ਸਨਮਾਨਿਤ ਵੀ ਕੀਤਾ ਸੀਗਾ ਸਭ ਤੋਂ ਵਧੀਆ ਕੰਮ ਕਰਨ ਵਾਸਤੇ ਜੀ। ਅੱਛਾ, ਜੇ ਗੱਲ ਕਰ ਲਈਏ ਥੋੜਾ ਰਾਜਨੀਤੀ ਵੱਲ ਵੀ ਆਪਾਂ ਆ ਜਾਂਦੇ ਆ। ਕਾਂਗਰਸ ਦੀ ਪਾਰਟੀ ਵੀ ਰਹੀ ਆ ਪੰਜਾਬ ਦੇ ਵਿੱਚ, ਹੁਣ ਆਮ ਆਦਮੀ ਪਾਰਟੀ ਆ। ਕੁਝ ਫਰਕ ਲੱਗ ਰਿਹਾ ਹੈ ਕਿ ਪਹਿਲਾਂ ਜੇ ਕਾਂਗਰਸ ਦੀ ਪਾਰਟੀ ਰਹੀ ਆ ਤਾਂ ਉਸ ਟਾਈਮ ਫੰਡ ਜਿਹੜੇ ਆ ਪੰਚਾਇਤਾਂ ਨੂੰ ਦਿੱਤੇ ਜਾਂਦੇ ਸੀਗੇ, ਉਹ ਤੁਹਾਨੂੰ ਕਿੰਨੇ ਕੁ ਮਿਲ ਜਾਂਦੇ ਸੀ ਜਾਂ ਉਹਦੇ ਲਈ ਕਿੰਨਾ ਕੁ ਤੁਹਾਨੂੰ ਜਿਹੜਾ ਨੱਠ ਭੱਜ ਕਰਨੀ ਪੈਂਦੀ ਸੀ, ਤੇ ਹੁਣ ਕਿਵੇਂ ਦਾ ਜਿਹੜਾ ਮਾਹੌਲ ਹੈਗਾ? ਨਹੀਂ, ਪਹਿਲਾਂ ਵੀ ਦੇਖੋ ਵਧੀਆ ਸੀਗੇ, ਜਦੋਂ ਪਹਿਲੀ ਸਰਕਾਰ ਵੀ ਸੀ ਸਾਨੂੰ ਉਸ ਟਾਈਮ ਵੀ ਵਧੀਆ ਫੰਡ ਆਏ ਆ। ਅਸੀਂ ਆਪਣੀ ਜਿਹੜੀ ਜਿਮ ਬਣਾਈ ਆ ਉਹ ਜਿਮ ਵੀ ਸਾਨੂੰ ਸਰਕਾਰ ਵੱਲੋਂ ਹੀ ਸਾਨੂੰ ਫੰਡ ਆਇਆ ਸੀਗਾ। ਤੇ ਹੁਣ ਵੀ ਸਾਨੂੰ ਤਿਵਾੜੀ ਸਾਹਿਬ ਹੈ ਸਾਡੇ ਜਿਹੜੇ, ਉਹਨਾਂ ਨੇ ਸਾਨੂੰ ਦਿੱਤਾ ਸੀਗਾ 3 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀਗੀ ਕੰਪਿਊਟਰ ਵਾਸਤੇ, ਤੇ ਉਹ ਫਿਰ ਅਸੀਂ ਉਹ ਸਟਰੀਟ ਲਾਈਟਾਂ 'ਚ ਅਸੀਂ ਕਨਵਰਟ ਕਰਵਾ ਲਈ ਵੀ ਹੈ। ਉਹ ਸਟਰੀਟ ਲਾਈਟਾਂ ਸਾਨੂੰ ਸੋਲਰ ਲਾਈਟਾਂ ਉਹ ਸਾਡੀਆਂ ਆ ਗਈਆਂ ਵੀ ਹੈ, ਤਾਂ ਅਸੀਂ ਇਹ ਮੰਥ ਦੇ ਵਿੱਚ ਲਗਵਾ ਦੇਣੀਆਂ ਹੈ ਪੂਰੇ ਪਿੰਡ ਦੇ ਆਲੇ ਦੁਆਲੇ। ਠੀਕ ਹੈ ਜੀ। ਜਿਵੇਂ ਜਿਮ ਦਾ ਤੁਸੀਂ ਦੱਸਿਆ ਹੈਗਾ, ਲਾਇਬ੍ਰੇਰੀ ਦਾ, ਪਹਿਲਾਂ ਤੁਹਾਡੇ ਪਿੰਡ 'ਚ ਨਹੀਂ ਸੀ, ਤੁਸੀਂ ਆ ਕੇ ਸਾਰਾ ਬਣਵਾਇਆ ਜੀ ਉਸ ਦਾ? ਹਾਂਜੀ, ਪਹਿਲਾਂ ਨਹੀਂ ਸੀਗੀ ਜੀ। ਜਿਮ ਹੈਗੀ ਸੀ, ਇੱਕ ਕਮਰਾ ਸਿੰਪਲ ਜੀ ਸੀ ਤਿਆਰ ਕਰਿਆ ਵਾ, ਤੇ ਉਹਦੇ ਵਿੱਚ ਸਮਾਨ ਵੀ ਨਹੀਂ ਸੀਗਾ ਪ੍ਰੋਪਰ। ਫਿਰ ਅਸੀਂ ਸਮਾਨ ਖਰੀਦਿਆ ਤੇ ਉਹਦੀ ਪੂਰੀ ਬਿਲਡਿੰਗ ਤਿਆਰ ਕਰਵਾਈ ਹੈ, ਲਾਇਬ੍ਰੇਰੀ ਤਿਆਰ ਕਰਵਾ ਕੇ ਅਸੀਂ ਉਹਦੇ ਵਿੱਚ ਬੁੱਕਸ ਵਗੈਰਾ ਸਾਰੀਆਂ ਰੱਖੀਆਂ ਵੀ ਹੈ, ਹਰੇਕ ਤਰ੍ਹਾਂ ਦੀ ਬੁੱਕ ਰੱਖੀ ਹੈ ਅਸੀਂ। ਕੋਈ ਵੀ ਧਾਰਮਿਕ ਹੈ, ਕੋਈ ਸਟੱਡੀ ਦੇ, ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਜੀ। ਅੱਛਾ, ਬੁੱਕਸ ਕਿੰਨੀਆਂ ਕੁ ਬੁੱਕਸ ਜਿਹੜੀਆਂ ਲਾਇਬ੍ਰੇਰੀ ਵਿੱਚ ਰੱਖੀਆਂ, ਕਿੰਨੀ ਕੁ ਮਾਤਰਾ, ਮਤਲਬ ਕਿੰਨੇ ਕੁ ਹਜ਼ਾਰਾਂ ਦੀ ਬੁੱਕਸ ਹੈ? ਬੁੱਕਸ ਹੈਗੀਆਂ ਜੀ ਆਲਮੋਸਟ 1000 ਤਾਂ ਹੋਣਗੀ ਉਹ ਜੀ। ਬਾਕੀ ਆਪਾਂ ਸਾਰੇ ਇਕੱਠੇ ਹੋ ਕੇ ਵੀ ਜਿਨ੍ਹਾਂ ਦੇ ਅੱਗੇ ਪਿੰਡ ਵਾਲਿਆਂ ਨੂੰ ਵੀ, ਸੰਸਥਾਵਾਂ ਨੂੰ ਵੀ ਅਸੀਂ ਕਿਹਾ ਹੋਇਆ, ਸਾਰੇ ਹੈਲਪ ਕਰ ਰਹੇ ਹਾਂ ਜੀ ਸਾਡੀ। ਇੱਕ ਗੱਲ ਮੈਨੂੰ ਹੋਰ ਸੁਣਨ ਚਾਹੀ, ਕਹਿੰਦੇ ਸਰਬਸੰਮਤੀ ਨਾਲ ਤੁਹਾਨੂੰ ਬਣਾਇਆ ਗਿਆ ਸੀ, ਤੁਸੀਂ ਕਹਿੰਦੇ ਪਹਿਲੀ ਵਾਰ ਬਣਾਇਆ ਗਿਆ ਸੀਗਾ, ਤਾਂ ਉਹ ਕਿਵੇਂ ਮਤਲਬ ਹੋ ਗਿਆ ਸਾਰਾ ਕੁਝ ਸਰਬਸੰਮਤੀ ਨਾਲ? ਕਿਉਂਕਿ ਬਹੁਤ ਘੱਟ ਰੇਅਰ ਪਿੰਡ ਹੁੰਦੇ ਜਿੱਥੇ ਸਰਬਸੰਮਤੀ ਨਾਲ ਸਰਪੰਚ ਬਣਦਾ ਹੈ ਜੀ, ਹੈ ਨਾ ਜੀ? ਹਾਂਜੀ, ਸਾਡੇ ਵੀ ਸਰ ਫਸਟ ਟਾਈਮ ਹੀ ਹੋਈ ਹੈ ਜਿੱਦਾਂ ਸਾਡਾ ਪਿੰਡ ਬਣਿਆ।
ਮੇਰੇ ਖਿਆਲ ਨਾਲ 70-75 ਸਾਲ ਹੋ ਗਏ ਉਹਨੇ ਪਿੰਡ ਬਣੇ ਨੂੰ। ਫਸਟ ਟਾਈਮ ਹੀ ਸਰਬਸੰਮਤੀ ਹੋਈ ਸੀਗੀ ਤੇ ਪਿੰਡ ਵਾਸੀਆਂ ਨੇ ਸਾਨੂੰ ਬੜਾ ਮਾਣ ਸਤਿਕਾਰ ਦਿੱਤਾ ਸਾਨੂੰ, ਤੇ ਅਸੀਂ ਵੀ ਕੋਸ਼ਿਸ਼ ਕਰੀ ਕਿ ਅਸੀਂ ਉਹਨਾਂ ਦੀਆਂ ਉਮੀਦਾਂ ਤੇ ਜਿੰਨੇ ਉਹਨਾਂ ਨੇ ਮਾਣ ਸਤਿਕਾਰ ਨਾਲ ਸਾਨੂੰ ਬਣਾਇਆ ਏ, ਅਸੀਂ ਉਹਨਾਂ ਦੀ ਉਮੀਦਾਂ ਤੇ ਖਰੇ ਉਤਰੀਏ। ਤੇ ਫਿਲਹਾਲ ਤਾਂ ਅਸੀਂ ਆਪਣੇ ਵੱਲੋਂ ਕਰ ਰਹੇ ਹਾਂ ਕੋਸ਼ਿਸ਼, ਤੇ ਜਿਹੜੇ ਸਾਡਾ ਹੋਰ ਵੀ ਟਾਈਮ ਰਹਿ ਗਿਆ, ਜਿਹੜੇ ਸਾਡੇ ਪੈਂਡਿੰਗ ਕੰਮ ਆ ਉਹ ਵੀ ਅਸੀਂ ਪੂਰੇ ਕਰਕੇ ਜਾਵਾਂਗੇ, ਕਿਸੇ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਾ ਮਿਲੇ ਜੀ। ਠੀਕ ਹੈ ਜੀ, ਮਤਲਬ ਤੁਸੀਂ ਆਪਣੇ ਵੱਲੋਂ ਪਹਿਲੀ ਵਾਰ ਤੁਸੀਂ ਸਰਪੰਚ ਬਣੇ ਸੀ, ਪੂਰੇ ਆਪਣੇ ਵੱਲੋਂ ਐਫਰਟ ਕੀਤੇ, ਤਾਂ ਕੰਮ ਕਰਕੇ ਕਿਵੇਂ ਦਾ ਲੱਗ ਰਿਹਾ ਹੈਗਾ? ਸਰਪੰਚੀ ਦੇ ਬਤੌਰ ਸਰਪੰਚ ਤੁਸੀਂ ਕੰਮ ਕੀਤਾ ਪਿੰਡ ਵਿੱਚ, ਤਾਂ ਕਿਵੇਂ ਦਾ ਉਹਨੂੰ ਕਿਵੇਂ ਬਿਆਨ ਕਰਨਾ ਚਾਹੁੰਦੇ? ਕੰਮ ਕਰਕੇ ਵਧੀਆ ਲੱਗਦਾ ਹੈ ਜੀ। ਦੇਖੋ ਸਭ ਦੀਆਂ ਦੁਆਵਾਂ ਹੁੰਦੀਆਂ ਨਾਲ, ਸਾਡੇ ਬਜ਼ੁਰਗ ਹੁੰਦੇ ਆ, ਮਾਤਾਵਾਂ ਭੈਣਾਂ, ਸਭ ਦੀਆਂ ਦੁਆਵਾਂ ਮਿਲਦੀਆਂ, ਜਾਂ ਸਾਡੇ ਬੱਚਿਆਂ ਨੂੰ ਮਿਲਦੀਆਂ, ਸਾਨੂੰ ਮਿਲਦੀਆਂ ਏ, ਤਾਂ ਵਧੀਆ ਮਹਿਸੂਸ ਹੁੰਦਾ ਹੈ ਜੀ। ਵਧੀਆ ਫੀਲਿੰਗ ਆਉਂਦੀ ਹੈ ਜਦ ਅਸੀਂ ਕੋਈ ਵੀ ਭਲਾਈ ਦਾ ਕੰਮ ਕਰਦੇ ਹਾਂ ਜੀ। ਅੱਛਾ, ਗੱਲ ਕਰ ਲਈਏ ਜਿਵੇਂ ਹਸਬੈਂਡ ਹੁੰਦੇ ਆ ਘਰੇ, ਹੈ ਨਾ, ਜਾਂ ਫਿਰ ਬੱਚੇ ਹੁੰਦੇ ਆ। ਅਕਸਰ ਕੀ ਹੁੰਦਾ, ਜੇ ਲੇਡੀ ਸਰਪੰਚ ਹੁੰਦੇ ਤਾਂ ਹਸਬੈਂਡ ਜਾਂ ਬੱਚੇ ਉਹ ਕਹਿੰਦੇ ਵੀ ਚਲੋ ਕੋਈ ਨਹੀਂ ਤੁਰਿਆ, ਜਾਂ ਤਾਂ ਸਮਝਾਉਂਦੇ ਚੰਗੇ ਤਰੀਕੇ ਨਾਲ, ਜੇ ਉੱਥੇ ਜਾਣਾ ਤਾਂ ਇੱਦਾਂ ਧਿਆਨ ਨਾ ਰਹੀ, ਜਾਂ ਫਿਰ ਕਹਿੰਦੇ ਚਲੋ ਕੋਈ ਗੱਲ ਨਹੀਂ ਤੂੰ ਘਰੇ ਬੈਠਿਆ, ਮੈਂ ਜਾ ਜਾਂਦਾ ਹੈਗਾ, ਮੈਂ ਤੁਹਾਡੀ ਜਗ੍ਹਾ ਨਾ ਕੋਈ ਫੈਸਲਾ ਹੁੰਦਾ ਉਹ ਦੇਖ ਜਾਂਦਾ। ਤਾਂ ਉਹਦੇ ਲਈ ਕਿਵੇਂ ਦਾ ਸਹਿਯੋਗ ਤੁਹਾਡੇ ਪਰਿਵਾਰ ਦਾ ਹੈਗਾ ਜੀ? ਨਹੀਂ, ਸਹਿਯੋਗ ਦੇਖੋ ਮੈਂ ਇਹ ਨਹੀਂ ਕਹਿੰਦੀ ਵੀ ਨਹੀਂ, ਹੁਣ ਮੇਰੇ ਹਸਬੈਂਡ ਦਾ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਰਿਹਾ ਹੈ ਸਟਾਰਟਿੰਗ ਤੋਂ ਹੀ। ਦੇਖੋ ਉਹਨਾਂ ਨੇ ਇੱਕ ਜਿਵੇਂ ਕਹਿ ਦਿੰਦੇ ਸਾਡੀ ਬੈਕਬੋਨ ਹੁੰਦੀ ਹੈ, ਹੈ ਨਾ, ਜੇ ਵਧੀਆ ਢੰਗ ਨਾਲ ਉਹ ਸਾਨੂੰ ਸਮਝਾਉਣ। ਮੈਂ ਵੀ ਇੱਥੇ ਨਵੀਂ ਨੂੰਹ ਬਣ ਕੇ ਆਈ ਸੀ, ਮੈਨੂੰ ਵੀ ਪਿੰਡ ਦੇ ਲੋਕਾਂ ਦਾ ਨਹੀਂ ਪਤਾ ਸੀਗਾ, ਬਟ ਉਹਨਾਂ ਨੇ ਮੈਨੂੰ ਇੰਨੇ ਵਧੀਆ ਢੰਗ ਨਾਲ ਦੱਸਿਆ ਕਿਹਦੇ ਨਾਲ ਕਿੱਦਾਂ ਗੱਲਬਾਤ ਕਰਨੀ ਹੈ, ਕਿੱਦਾਂ ਰਹਿਣਾ ਸਹਿਣਾ, ਹਰੇਕ ਉਹਨਾਂ ਨੇ ਫੈਸਲਾ ਸਿਖਾਇਆ ਵੀ ਕਿਹੜੇ ਹਿਸਾਬ ਨਾਲ ਕਰਨਾ ਹੈ, ਸਾਰਾ ਉਹਨਾਂ ਨੇ ਦੱਸਿਆ, ਤੇ ਸਾਰਾ ਵਧੀਆ ਢੰਗ ਨਾਲ ਮੈਂ ਨਿਭਾਇਆ ਵੀ ਹੈ ਜੀ। ਅੱਛਾ ਜੀ, ਅਗਲੀ ਵਾਰ ਸਰਪੰਚੀ ਦੀਆਂ ਫਿਰ ਤਿਆਰੀਆਂ ਹੈਗੀਆਂ ਜੀ? ਨਹੀਂ ਜੀ, ਦੇਖੋ ਫਿਲਹਾਲ ਤਾਂ ਅਸੀਂ ਇਹੀ ਪੂਰਾ ਕਰਦੀ ਹੈ, ਸਾਨੂੰ ਇਹੀ ਬੜੀ ਖੁਸ਼ੀ ਦੀ ਗੱਲ ਹੈ, ਕਿਉਂਕਿ ਅਸੀਂ ਇੱਕ ਸੇਵਾ ਦੇ ਤੌਰ ਤੇ ਅਸੀਂ ਸਰਪੰਚੀ, ਚਲੋ ਸਾਨੂੰ ਪਿੰਡ ਵਾਲੇ ਨੇ ਮਾਣ ਬਖਸ਼ਿਆ ਸੀ, ਅਸੀਂ ਇਹ ਸੇਵਾ ਆਪਣੀ ਨਿਭਾ ਜਾਵਾਂਗੇ। ਬਾਕੀ ਕੋਈ ਤਿਆਰੀ ਨਹੀਂ ਹੈਗੀ ਜੀ ਸਾਡੀ। ਠੀਕ ਹੈ ਜੀ, ਉਹ ਤਾਂ ਕਹਿੰਦੇ ਇੱਕ ਕਹਿੰਦੇ ਨੇ ਕਿ ਜੇ ਬੰਦੇ ਨੇ ਕੰਮ ਕੀਤੇ ਹੁਣ ਤਾਂ ਵੋਟ ਮੰਗਣ ਦੀ ਵੀ ਲੋੜ ਨਹੀਂ ਪੈਂਦੀ ਹੈਗੀ ਆ, ਹੈ ਨਾ ਜੀ। ਜੇ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰ ਲਈ, ਪੰਜਾਬ ਦੇ ਵਿੱਚ ਹੈਗੇ ਆ, ਹੈ ਨਾ ਜੀ, ਉਹ ਇੱਕਦਮ ਹਨੇਰੀ ਆਈ ਤਾਂ ਉਹ ਸਰਕਾਰ ਉਹਨਾਂ ਦੀ ਬਣ ਗਈ, ਹੈ ਨਾ ਜੀ। ਹਾਂਜੀ ਹਾਂਜੀ, ਬਾਕੀ ਚਲੋ ਤਾਂ ਕੋਈ ਗੱਲ ਨਹੀਂ, ਹੋਰ ਵੀ ਅੱਗੇ ਹੈਗੇ ਆ ਨੌਜਵਾਨ ਮੁੰਡੇ ਹੈਗੇ ਆ ਪੜ੍ਹੇ ਲਿਖੇ, ਸਭ ਨੂੰ ਮੌਕਾ ਦੇਵਾਂਗੇ, ਸਭ ਨੂੰ ਲੱਗਦਾ ਹੈ। ਹੋਰ ਤੁਹਾਨੂੰ ਕੀ ਲੱਗਦਾ, ਕਿਉਂਕਿ ਤੁਸੀਂ ਚਲੋ ਐਡਮਿਨਿਸਟ੍ਰੇਸ਼ਨ ਵਿੱਚ ਰਹੇ ਹੋ, ਹੈ ਨਾ, ਸਰਪੰਚ ਰਹੇ ਹੋ ਨਾ ਜੀ, ਤੇ ਤੁਹਾਨੂੰ ਕੀ ਲੱਗਦਾ ਔਰਤਾਂ ਲਈ ਪਿੰਡਾਂ ਵਿੱਚ ਹੋਰ ਕੀ ਹੋਣਾ ਚਾਹੀਦਾ? ਕਿਹੜੀਆਂ ਮੁਸ਼ਕਲਾਂ ਔਰਤਾਂ ਨੂੰ ਆਉਂਦੀਆਂ ਨੇ? ਔਰਤਾਂ ਨੂੰ ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਇਹੀ ਹੁੰਦਾ ਹੈ ਕਿ ਜਦੋਂ ਕੋਈ ਲੇਡੀ ਸਰਪੰਚ ਬਣਦੀ ਹੈ ਤਾਂ ਉਹਨੂੰ ਮੂਹਰੇ ਆਣੇ ਦਾ ਮੌਕਾ ਨਹੀਂ ਜੀ ਮਿਲਦਾ ਹੈਗਾ, ਤਾਂ ਇਹਦੇ ਵਾਸਤੇ ਫਿਰ ਜਿਹੜੀ ਲੇਡੀਜ਼ ਇੱਕ ਲੇਡੀ ਨਾਲ ਗੱਲ ਕਰਦੀ ਹੈ ਉਹ ਜੈਂਟਸ ਨਾਲ ਨਹੀਂ ਕਰ ਸਕਦੀ, ਉਹਨਾਂ ਦੀ ਪ੍ਰੋਬਲਮਸ ਬਹੁਤ ਹੁੰਦੀਆਂ ਘਰ ਦੀਆਂ, ਬਹੁਤ ਜ਼ਿਆਦਾ ਮਤਲਬ ਕਿ ਹੁੰਦੀਆਂ ਏ, ਤਾਂ ਲੇਡੀ ਨੂੰ ਹਰੇਕ ਕੰਮ, ਜੇ ਲੇਡੀ ਸਰਪੰਚ ਜਾਂ ਪੰਚ ਬਣੀ ਹੈ ਤਾਂ ਉਹਨਾਂ ਨੂੰ ਮੂਹਰੇ ਹੋ ਕੇ ਕੰਮ ਕਰਨਾ ਚਾਹੀਦਾ ਹੈ, ਜਿਵੇਂ ਸਾਡੇ ਪਿੰਡ ਵਿੱਚ ਹੋ ਰਿਹਾ ਹੈ। ਤੇ ਹਰੇਕ ਮੇਰੇ ਪਿੰਡ ਦੀ ਕਿਸੇ ਵੀ ਲੇਡੀ ਨੂੰ ਹੁਣ ਕੋਈ ਵੀ ਦੁੱਖ ਤਕਲੀਫ ਜਾਂ ਕੋਈ ਉਹਨਾਂ ਨੇ ਸੁਜੈਸਟ ਸਾਨੂੰ ਕਰਨਾ ਹੁੰਦਾ ਹੈ ਤਾਂ ਮੈਨੂੰ ਖੁਦ ਉਹ ਪਰਸਨਲੀ ਆ ਕੇ ਦੱਸ ਦਿੰਦੇ ਆ, ਮਤਲਬ ਕਿ ਇੱਦਾਂ ਦੀ ਕੋਈ ਦਿੱਕਤ ਨਹੀਂ ਆ। ਬੜਾ ਵਧੀਆ ਸਾਡੇ ਪਿੰਡ ਦਾ ਮਾਹੌਲ ਬਣਿਆ ਹੋਇਆ ਹੈ। ਸੋ ਇਹ ਸਾਡੇ ਨਾਲ ਕੁਲਵਿੰਦਰ ਕੌਰ ਜੀ ਜੁੜੇ ਸੀ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ। ਸੋ ਪੰਜਾਬ ਦੇ ਪਿੰਡਾਂ ਦੇ ਲਈ ਮਿਸਾਲ ਬਣਿਆ ਆ ਮਲਿਕਪੁਰ ਪਿੰਡ, ਜਿਹੜਾ ਆ ਪੰਜਾਬ ਦੇ ਪਿੰਡਾਂ ਦੇ ਲਈ ਮਿਸਾਲ ਬਣਿਆ। ਲਾਇਬ੍ਰੇਰੀ, ਜੋ ਕਸਬੇ ਵਿੱਚ ਜੋ ਸ਼ਹਿਰ ਦੇ ਵਿੱਚ ਚੀਜ਼ਾਂ ਆਉਂਦੀਆਂ, ਹਰ ਤਰ੍ਹਾਂ ਦੀ ਚੀਜ਼ ਇੱਥੇ ਹੈਗੀ ਹੈ। ਕਰਮਚਾਰੀ ਤੱਕ ਸਫਾਈ ਦੇ ਲਈ, ਜਿਸ ਤਰ੍ਹਾਂ ਨਗਰ ਨਿਗਮ ਦੇ ਵਿੱਚ ਕਰਮਚਾਰੀ ਹੁੰਦੇ ਸ਼ਹਿਰਾਂ ਦੇ ਵਿੱਚ, ਉਸ ਤਰ੍ਹਾਂ ਇਹਨਾਂ ਵੱਲੋਂ ਜਿਹੜੇ ਆ ਉਹ ਕਰਮਚਾਰੀ ਵੀ ਰੱਖੇ ਗਏ ਆ। ਸੋ ਆਉਣ ਵਾਲੇ ਸਮੇਂ ਵਿੱਚ ਦੇਖਦੇ ਹਾਂ ਕਿ ਹੋਰ ਕੀ ਨਵਾਂ ਜਿਹੜਾ ਆ ਬਦਲਾਅ ਪਿੰਡਾਂ ਦੇ ਵਿੱਚ ਆਉਂਦਾ ਹੈ, ਪੰਜਾਬ ਦੇ ਪਿੰਡਾਂ ਦਾ ਰੁਖ ਜਿਹੜਾ ਹੈ ਉਹ ਕਿੱਧਰ ਨੂੰ ਜਾਂਦਾ, ਜਾਂ ਫਿਰ ਸਰਕਾਰ ਨਵੀਂ ਆਉਣ ਦੇ ਨਾਲ ਕੀ ਨਵਾਂ ਬਦਲਾਅ ਜਿਹੜਾ ਆ ਉਹ ਪੰਜਾਬ ਦੇ ਪਿੰਡਾਂ ਵਿੱਚ ਆਉਂਦਾ ਹੈ। ਤਾਂ ਕੁਝ ਪਿੰਡ ਦੇ ਜਿਹੜੇ ਸਾਡੇ ਨਾਲ ਲੇਡੀਜ਼ ਵੀ ਜੁੜੇ ਹੋਏ, ਪਿੰਡ ਦੇ ਲੇਡੀ ਸਰਪੰਚ ਨੇ, ਸੋ ਉਹਨਾਂ ਤੋਂ ਜਾਣਦੇ ਆ ਕਿ ਕਿਵੇਂ ਦਾ ਕੰਮ ਜਿਹੜਾ ਆ ਉਹ ਇੱਥੇ ਕਰਦੇ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅਕਸਰ ਜ਼ਿਆਦਾਤਰ ਦੇਖਿਆ ਜਾਂਦਾ ਜੈਂਟਸ ਪਿੰਡਾਂ ਵਿੱਚ ਸਰਪੰਚ ਹੁੰਦੇ ਨੇ, ਤੁਹਾਡੇ ਪਿੰਡ ਦੇ ਕਾਫੀ ਚਰਚੇ ਨੇ ਕਿ ਲੇਡੀ ਸਰਪੰਚ ਆ ਬਹੁਤ ਵਧੀਆ ਕੰਮ ਕਰ ਰਹੇ ਨੇ, ਹੈ ਨਾ ਜੀ। ਤਾਂ ਕਿਵੇਂ ਦਾ ਕੰਮ ਕਰ ਰਹੇ ਨੇ, ਤੁਸੀਂ ਕਿਵੇਂ ਦੇਖਦੇ ਹੋ ਜੀ?
ਸਾਡੇ ਸਰਪੰਚ ਸਾਹਿਬ ਦਾ ਸਾਨੂੰ ਸਾਰੇ ਪਿੰਡ ਨੂੰ ਬਹੁਤ ਸਹਿਯੋਗ ਹੈ ਜੀ। ਜਿਹੜੇ ਸਾਡੇ ਸਰਪੰਚ ਸਾਹਿਬ ਲੇਡੀਜ਼ ਨੇ ਨਾ, ਤੇ ਉਹ ਪਹਿਲਾਂ ਵੀ ਸੀਗੇ। ਦੇਖੋ ਜੀ, ਪਹਿਲਾਂ ਦਾ ਤਾਂ ਅਸੀਂ ਕਹਿ ਨਹੀਂ ਸਕਦੇ, ਸਾਨੂੰ ਨਹੀਂ, ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਉਸ ਟਾਈਮ ਵੀ। ਦੇਖੋ ਇਹ ਸਾਡੀ ਹਰ ਇੱਕ ਇਹਨਾਂ ਨੇ ਗਰੁੱਪ ਬਣਾਇਆ ਹੋਇਆ, ਸਾਡਾ WhatsApp ਗਰੁੱਪ ਹੈ ਸਾਡਾ, ਉਹਨਾਂ 'ਚ ਸਾਡੇ ਸਾਰੇ ਮਸਲੇ ਹੱਲ ਹੁੰਦੇ ਆ ਜੀ। ਅਸੀਂ ਕੋਈ ਵੀ ਪਰਸਨ, ਸਾਨੂੰ ਕੋਈ ਦੁੱਖ ਤਕਲੀਫ ਆ, ਅਸੀਂ ਉਹ ਗਰੁੱਪ 'ਚ ਪਾ ਦਿੰਦੇ, ਜਾਂ ਇਹਨਾਂ ਨੂੰ ਪਰਸਨਲੀ ਕਰਦੇ ਆ। ਇਹਨਾਂ ਦੇ ਸਾਨੂੰ ਈਵਨ ਕਿ ਸਾਨੂੰ ਫੋਨ ਵੀ ਆਉਂਦੇ ਆ ਕਿ ਕੋਈ ਗੱਲਬਾਤ ਆ ਜੀ, ਕੋਈ ਦੁੱਖ ਹੈ ਸਾਨੂੰ ਦੱਸੋ। ਇਹ ਅੱਜ ਤੱਕ ਕਾਫੀ ਪੰਚਾਇਤ ਆਈ ਆ, ਸਾਨੂੰ ਕਿਸੇ ਤੱਕ ਐਦਾਂ ਨਾ ਸੰਯੋਗ ਨਹੀਂ ਮਿਲਿਆ ਜਿੰਨਾ ਇਹਨਾਂ ਨੇ ਦਿੱਤਾ ਸਾਨੂੰ। ਤੁਹਾਡੇ ਸਰਪੰਚ ਸਾਹਿਬ ਕਹਿ ਰਹੇ ਕਹਿੰਦੇ ਅਗਲੀ ਵਾਰ ਦੇਖਾਂਗੇ, ਪਰ ਪਲਾਨ ਨਹੀਂ ਹੈਗਾ, ਅਸੀਂ ਦੁਬਾਰਾ ਸਰਪੰਚ ਨਹੀਂ ਬਣਨਾ ਹੈਗਾ ਜੀ, ਫਿਰ ਕਿਉਂ ਹੈ ਜੀ? ਨਹੀਂ, ਦੇਖੋ ਵੋਟਾਂ ਤਾਂ ਅਸੀਂ ਪਿੰਡ ਵਾਲਿਆਂ ਨੇ ਪਾਣੀਆਂ ਹੈ, ਉਹ ਤਾਂ ਸਾਨੂੰ, ਅਸੀਂ ਦੇਖੋ ਅਸੀਂ ਇਹਨਾਂ ਨੂੰ ਹੁਣ ਵੀ ਚੁਣਿਆ ਹੈ, ਅਸੀਂ ਤਾਂ ਆਉਣ ਵਾਲੇ ਟਾਈਮ 'ਚ ਵੀ ਹੀ ਇਹਨਾਂ ਨੂੰ ਚੁਣਾਂਗੇ, ਕਿਉਂਕਿ ਸਾਡਾ ਬਹੁਤ ਜ਼ਿਆਦਾ ਸੁਧਾਰ ਇਹਨਾਂ ਨੇ ਕੀਤਾ ਹੈ ਪਿੰਡ ਦਾ ਜੀ। ਹਾਂਜੀ, ਪਿੰਡ ਦੇ ਵਿੱਚ ਜੋ ਅੱਗੇ ਨਾਲ ਬਦਲਾਅ ਲੱਗਿਆ, ਜੋ ਪਿੰਡ ਦੇ ਵਿੱਚ ਸਹੂਲਤਾਂ ਨਵੀਆਂ ਕੁਝ ਲੱਗਦਾ ਆਈਆਂ ਜਾਂ ਫਿਰ ਪੁਰਾਣਾ ਇਸ ਸਭ ਕੁਝ? ਨਹੀਂ, ਜ਼ਮੀਨ ਅਸਮਾਨ ਦਾ ਫਰਕ ਹੋਇਆ ਜੀ, ਬਹੁਤ ਜ਼ਿਆਦਾ। ਅੱਛਾ ਜੀ। ਹਾਂਜੀ, ਤੁਸੀਂ ਆਪ ਦੇਖ ਸਕਦੇ ਹੋ, ਸਾਡੇ ਈਵਨ ਕਿ ਕੋਈ ਤੁਹਾਨੂੰ ਕਿਤੇ ਕਚਰਾ ਨਹੀਂ ਮਿਲੂਗਾ ਸਾਡੇ ਪਿੰਡ 'ਚ, ਕਿਤੇ ਵੀ ਜਾ ਕੇ ਦੇਖ ਲਿਓ ਜੀ। ਹਾਂਜੀ। ਅੱਛਾ, ਪਹਿਲਾਂ ਵੀ ਸਰਪੰਚ ਰਹੇ ਹੋਣੇ, ਹੁਣ ਵੀ ਤੁਹਾਡੇ ਸਰਪੰਚ ਆ, ਤੁਹਾਨੂੰ ਕੀ ਫਰਕ ਲੱਗਦਾ ਜੀ? ਹਾਂਜੀ, ਪਹਿਲਾਂ ਵੀ ਚਲੋ ਬਹੁਤ ਸਾਰੇ ਮਸਲੇ ਹੁੰਦੇ ਸੀ, ਮਸਲੇ ਤਾਂ ਹਰੇਕ ਜਗ੍ਹਾ ਹੀ ਹੁੰਦੇ ਆ, ਬਟ ਪਹਿਲਾਂ ਜਿਹੜੇ ਸਰਪੰਚ ਸੀਗੇ ਉਹਨਾਂ ਨੇ ਸਾਡਾ ਬਹੁਤਾ ਸਾਥ ਨਹੀਂ ਦਿੱਤਾ। ਪਰ ਜਿਹੜੇ ਹੁਣ ਸਰਪੰਚ ਆ, ਇਹਨਾਂ ਨੇ ਸਾਡੀ ਮਤਲਬ ਪਰਸਨਲੀ ਵੀ ਸਾਡੇ ਨਾਲ ਗੱਲ ਕਰਦੇ ਆ, ਤੇ ਸਾਡੇ ਸਾਰੇ ਮਸਲੇ ਸੋਲਵ ਹੁੰਦੇ ਆ। ਜੋ ਵੀ ਸਾਨੂੰ ਵੀ ਕੋਈ ਤਕਲੀਫ ਹੁੰਦੀ ਹੈ ਜਾਂ ਪਿੰਡ ਦੀ ਕੋਈ ਵੀ ਪ੍ਰੋਬਲਮ ਹੁੰਦੀ ਹੈ, ਤਾਂ ਸਾਡਾ ਬਹੁਤ ਵਧੀਆ ਤਰੀਕੇ ਨਾਲ ਸੋਲਵਿੰਗ ਕਰਦੇ ਆ। ਠੀਕ ਹੈ, ਚਾਹੁੰਦੇ ਹੋ ਜੀ ਅੱਗੇ ਆਉਣ ਵਾਲੇ ਸਮੇਂ 'ਚ ਫਿਰ ਦੁਬਾਰਾ ਸਰ? ਜ਼ਰੂਰ ਚਾਹੁੰਦੇ ਆ ਜੀ। ਹਾਂਜੀ, ਇੱਦਾਂ ਦੇ ਸਰਪੰਚ ਪੜ੍ਹੇ ਲਿਖੇ ਆਣਗੇ, ਲੇਡੀਜ਼ ਪੜ੍ਹੀਆਂ ਲਿਖੀਆਂ ਆਣਗੀਆਂ, ਤਾਂ ਹੀ ਮਤਲਬ ਪਿੰਡ ਦਾ ਵਿਕਾਸ ਹੋ ਪਾਏਗਾ ਨਾ। ਜੀ ਜੀ, ਬਿਲਕੁਲ। ਹਾਂਜੀ, ਇੱਦਾਂ ਅਸੀਂ ਤਾਂ ਚਾਹੁੰਦੇ ਹਾਂ ਵੀ ਸਾਡੇ ਸਰਪੰਚ ਇਹੀ ਬਣਨ। ਬਿਲਕੁਲ ਜੀ। ਤੁਸੀਂ ਵੀ ਸਾਰੀਆਂ ਪ੍ਰੋਬਲਮ ਹਰ ਇੱਕ ਸਰਪੰਚ ਦੇ ਨਾਲ ਕਰ ਲੈਂਦੇ, ਕੋਈ ਵੀ ਪ੍ਰੋਬਲਮ ਆਉਂਦੀ ਘਰ ਦੇ ਵਿੱਚ ਜਾਂ ਕੋਈ ਪਰਸਨਲ ਪ੍ਰੋਬਲਮਸ ਵੀ ਹੁੰਦੀਆਂ ਘਰਾਂ ਦੇ ਵਿੱਚ, ਹੈ ਨਾ ਜੀ? ਹਾਂਜੀ, ਸਾਨੂੰ ਇਹਨਾਂ ਸਰਪੰਚ ਮੈਡਮ ਦਾ ਬਹੁਤ ਸਹਿਯੋਗ ਮਿਲਿਆ ਏ। ਪਿੰਡ ਵਿੱਚ ਘਰ ਵਿੱਚ ਤੁਹਾਨੂੰ ਪਤਾ ਹੁਣ ਨਸ਼ੇ ਖਿਲਾਫ ਬਹੁਤ ਜ਼ਿਆਦਾ ਹੋ ਰਿਹਾ ਏ। ਕੋਈ ਵੀ ਗੱਲ ਹੁੰਦੀ ਆ ਨਸ਼ੇ ਦੀ ਜਾਂ ਕੋਈ ਵੀ, ਇਹਨਾਂ ਨਾਲ ਅਸੀਂ ਕਰੀਦੀ ਆ, ਇਹੀ ਕਰਦੇ। ਵੈਸੇ ਸਾਡੇ ਪਿੰਡ ਵਿੱਚ ਨਸ਼ਾ ਅੱਜ ਤੱਕ ਇੱਦਾਂ ਦਾ ਕੋਈ ਹੋਇਆ ਨਹੀਂ ਆ, ਫਿਰ ਵੀ ਸਰਪੰਚ ਸਾਹਿਬ ਬਾਰ-ਬਾਰ ਦੱਸਦੇ ਆ ਵੀ ਜੇ ਕਿਤੇ ਵੀ ਕੋਈ ਵੀ ਨਸ਼ਾ ਵੇਚਦਾ ਜਾਂ ਕੋਈ ਕਰਦਾ ਫੜਿਆ ਜਾਵੇ ਵੀ ਉਹ ਸਾਨੂੰ ਦੱਸੋ। ਅੰਕਲ ਜੀ, ਕਿੰਨੀ ਉਮਰ ਹੋ ਗਈ ਜੀ ਤੁਹਾਡੀ? 71। ਕਾਫੀ ਵਾਰ ਵੋਟਾਂ ਪਾਈਆਂ ਵੀ ਹੋਣੀਆਂ, ਪਿੰਡਾਂ ਦੇ ਹਾਲਾਤ ਵੀ ਦੇਖੇ ਹੋਣੇ ਆ। ਤੁਹਾਡਾ ਪਿੰਡ ਹੁਣ ਨਾਮਵਰ ਪਿੰਡਾਂ 'ਚ ਬੋਲਣ ਲੱਗ ਪਿਆ, ਕਿਵੇਂ ਲੱਗ ਰਿਹਾ ਜੀ? ਬੜਾ ਵਧੀਆ ਲੱਗ ਰਿਹਾ ਜੀ। ਜੋ ਸਾਡੇ ਪਿੰਡ ਦੇ ਸਰਪੰਚ ਸਾਹਿਬ ਆ ਜਿਹੜੇ, ਇਹਨਾਂ ਨੇ ਬੜੇ ਮਿਹਨਤ ਨਾਲ, ਬੜੀ ਤਹੱਸਨ ਨਾਲ ਸਾਰੇ ਪਿੰਡ ਦੀ ਡਿਵੈਲਪਮੈਂਟ ਵਾਸਤੇ ਕੈਮਰੇ ਲਵਾਏ, ਸ਼ੀਸ਼ੇ ਲਵਾਏ, ਹੋਰ ਕਾਫੀ ਬੜੀ ਡਿਵੈਲਪਮੈਂਟ ਕਰਾ ਵੀ ਰਹੇ ਆ। ਜਿਹੜਾ ਟੋਬਾ ਕਈ ਸਾਲਾਂ ਤੋਂ ਨਹੀਂ ਕਿਸੇ ਨੇ ਠੀਕ ਕਰਾਇਆ, ਉਹਦੇ ਵਿੱਚ ਵੀ ਬਹੁਤ ਇਹਨਾਂ ਨੇ ਯੋਗਦਾਨ ਪਾਇਆ, ਠੀਕ ਕਰ ਰਹੇ ਆ। ਹੁਣ ਮਤਲਬ ਦੀ ਜੋ ਵੀ ਡਿਵੈਲਪਮੈਂਟ ਹੋਰ ਵੀ ਹੋ ਰਹੀ ਹੈ। ਹੋਰ ਕੀ ਲੱਗਦਾ, ਹੋਰ ਪਿੰਡ ਵਿੱਚ ਕੀ ਹੋਣਾ ਚਾਹੀਦਾ ਜੀ? ਹੋਰ ਜੇ ਤਾਂ ਹੁਣ ਜੀ ਮਤਲਬ ਆਬਾਦੀਆਂ ਵੱਧਦੀਆਂ ਜਾਂ ਟੁੱਟਣਾ ਹੁੰਦੇ, ਕਿਆ ਕਹਿੰਦੇ, ਜਾਗਰਤੀ ਆਉਂਦੀ, ਉਸ ਹਿਸਾਬ ਨਾਲ ਸਹੂਲਤਾਂ ਵੱਧਦੀਆਂ ਰਹਿੰਦੀਆਂ। ਉਹ ਤਾਂ ਹੁਣ ਸਮੇਂ ਦੇ ਮੁਤਾਬਕ, ਲੋੜ ਦੇ ਮੁਤਾਬਕ ਹੋਣਾ ਚਾਹੀਦਾ। ਜਿਸ ਤਰ੍ਹਾਂ ਹੁਣ ਆ ਬਿਜਲੀ ਦੀਆਂ ਤਾਰਾਂ ਹੈ, ਪੈਪਾਂ ਹੋਈਆਂ ਵੇ ਸਾਰੀਆਂ, ਜਿੱਦਾਂ ਸ਼ਹਿਰਾਂ 'ਚ ਬੜੇ ਅੰਡਰਗਰਾਊਂਡ ਹੁੰਦੀਆਂ, ਉੱਦਾਂ ਉਹਦੇ ਵਾਸਤੇ ਵੀ ਸਾਡੇ ਸਰਪੰਚ ਸਾਹਿਬ ਨੇ ਬੜਾ ਤਕੜਾ ਉਪਰਾਲਾ ਕਰਕੇ ਪ੍ਰੋਜੈਕਟ ਬਣਾ ਕੇ ਭੇਜਿਆ। ਅਗਰ ਗੌਰਮੈਂਟ ਮਨਜ਼ੂਰੀ ਦੇ ਦਿੰਦੀ ਆ ਤਾਂ ਸਾਡਾ ਉਹ ਵੀ ਹੋ ਸਕਦਾ।